चक्षुरुन्मिलितं येन तस्मै श्रीगुरवे नमः। श्रीचैतन्यमनोभीष्टं स्थापितं येन भूतले स्वयं रूपकदा मह्यं ददाति स्वपदान्तिकम्। हरे कृष्ण। ਤੇ ਅੱਜ ਅਸੀਂ ਕਰਾਂਗੇ ਭਗਵਦ ਗੀਤਾ ਪਹਿਲਾ ਚੈਪਟਰ ਤੇ ਸ਼ਲੋਕ ਨੰਬਰ ਹੈ 26 27 ਤੇ 28। ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਚੱਲ ਕੀ ਰਿਹਾ ਕਿ ਪਹਿਲੇ ਚੈਪਟਰ ਦਾ ਨਾਮ ਹੈ ਕਿ ਸੈਨਾ ਦਾ ਨਿਰੀਖਣ ਹੋ ਰਿਹਾ, ਸੈਨਾ ਦੇਖ ਰਿਹਾ ਅਰਜੁਨ ਦੋਨੇ ਪਾਸੇ। ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਕੁਰੂਕਸ਼ੇਤਰ ਦੇ ਮੈਦਾਨ ਦੇ ਵਿਚਕਾਰ ਖੜਾ ਕਰ ਦਿੱਤਾ। ਅਰਜੁਨ ਦੀ ਇੱਛਾ ਸੀ, ਥੋੜਾ ਜਿਹਾ ਮੈਂ ਤੁਹਾਨੂੰ ਜਿਹੜੇ ਤੇ ਸੁਣ ਰਹੇ ਨੇ ਸਟਾਰਟਿੰਗ ਤੋਂ ਉਹਨਾਂ ਨੂੰ ਤੇ ਪਤਾ ਹੀ ਹੈ, ਜਿਹੜੇ ਅੱਜ ਨਵੇਂ ਨੇ ਉਹਨਾਂ ਬਾਰੇ ਮੈਂ ਦੱਸ ਰਿਹਾ ਕਿ ਉਹਨਾਂ ਨੂੰ ਦੱਸ ਰਿਹਾ ਕਿ ਅਰਜੁਨ ਦੀ ਇੱਛਾ ਸੀ, ਕੋਈ ਕੌਰਵ ਤੇ ਪਾਂਡਵ ਯੁੱਧ ਕਰਨ ਵਾਸਤੇ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਇਕੱਠੇ ਹੋਏ ਨੇ ਤੇ ਅਰਜੁਨ ਦੀ ਇੱਛਾ ਹੋਈ ਹੈ ਕਿ ਮੈਂ ਦੇਖਣਾ ਚਾਹਨਾ ਕਿ ਕੌਣ ਯੁੱਧ ਕਰਨ ਵਾਸਤੇ ਆਇਆ ਹੈ। ਇਸ ਕਰਕੇ ਉਹਨੇ ਭਗਵਾਨ ਕ੍ਰਿਸ਼ਨ ਨੂੰ ਰਿਕੁਐਸਟ ਪ੍ਰਾਰਥਨਾ ਕੀਤੀ ਹੈ ਕਿ हे ਭਗਵਾਨ, हे श्री कृष्ण, ਕਿਰਪਾ ਕਰਕੇ ਮੇਰਾ ਜਿਹੜਾ ਰੱਥ ਆ ਉਹ ਤੁਸੀਂ ਕੁਰੂਕਸ਼ੇਤਰ ਦੇ ਮੈਦਾਨ ਦੇ ਵਿਚਕਾਰ ਲੈ ਜਾਓ, ਦੋਵੇਂ ਸੈਨਾਵਾਂ ਦੇ ਵਿਚਕਾਰ ਲੈ ਜਾਓ, ਤਾਂ ਕਿ ਮੈਂ ਦੇਖ ਸਕਾਂ ਕਿ ਕੌਣ ਇੱਥੇ ਲੜਨ ਵਾਸਤੇ ਆਇਆ ਵਾ ਮੇਰੇ ਵੱਲੋਂ ਤੇ ਦੂਜੀ ਪਾਰਟੀ ਵੱਲੋਂ। ਤੇ ਭਗਵਾਨ ਕ੍ਰਿਸ਼ਨ ਨੇ ਜਿਸ ਤਰ੍ਹਾਂ ਅਰਜੁਨ ਨੇ ਕਿਹਾ, ਕਿਉਂ ਲੈ ਕੇ ਚਲੇ ਗਏ ਨੇ ਕਿਉਂਕਿ ਭਗਵਾਨ ਕ੍ਰਿਸ਼ਨ ਨੇ ਇਸ ਵੇਲੇ ਅਰਜੁਨ ਦੇ ਸਾਰਥੀ ਦਾ ਮਤਲਬ ਰੱਥ ਚਲਾ ਰਹੇ ਨੇ ਤੇ ਜਿਹੜਾ ਅਰਜੁਨ ਨੇ ਕਿਹਾ ਭਗਵਾਨ ਨੂੰ ਕਿ ਤੁਸੀਂ ਮੇਰਾ ਰੱਥ ਲੈ ਜਾਓ, ਤੇ ਭਗਵਾਨ ਨੇ ਆਪਣੇ ਭਗਤ ਦੀ ਜੋ ਰਿਕੁਐਸਟ ਹੈ ਉਹਨੂੰ ਮੰਨਿਆ ਮੈਂ, ਤੇ ਉਹ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਲੈ ਗਏ ਨੇ। ਤੇ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਖੜੇ ਹੋ ਕੇ ਤੇ ਅਰਜੁਨ ਦੇਖ ਰਿਹਾ, ਹੁਣ ਕੌਰਵਾਂ ਵੱਲ ਵੀ ਦੇਖ ਰਿਹਾ ਤੇ ਪਾਂਡਵਾਂ ਵੱਲ ਵੀ ਦੇਖ ਰਿਹਾ। ਤੇ ਹੁਣ ਮੈਂ ਸ਼ੁਰੂ ਕਰਾਂਗਾ। ਸ਼ਲੋਕ ਨੰਬਰ 26 ਹੈ। ਮੈਂ ਹਿੰਦੀ ਵਿੱਚ, ਸੰਸਕ੍ਰਿਤ ਵੀ ਹੈ ਔਰ ਹਿੰਦੀ ਵੀ ਹੈ, ਉਹਨੂੰ ਮੈਂ ਪੰਜਾਬੀ ਦੇ ਵਿੱਚ ਨਾਲ ਟ੍ਰਾਂਸਲੇਟ ਕਰਦਾ ਰਵਾਂਗਾ। ਤਤ੍ਰ ਪश्यत ਸਥਿਤਾਨ ਪਾਰਥ ਪਿਤ੍ਰਿਨਤ ਪਿਤਾਮਹਾਨ ਆਚਾर्यान् ਮਾਤੁਲਾन् ਭ्रातॄन् ਪੁੱਤਰਾन् ਪੌत्रान् सखिंस्तथा श्वशुरान् सुहृदश्चैव सैन्योरुभयोरपि। ਇਹ ਸ਼ਲੋਕ ਨੰਬਰ 26। ਇਹਦੇ ਵਿੱਚ ਅਰਜੁਨ ਕਹਿ ਰਿਹਾ, ਸੰਜੇ ਬੋਲ ਰਿਹਾ। ਸੰਜੇ ਨੂੰ ਦਿਵਯ ਦ੍ਰਿਸ਼ਟੀ ਦਿੱਤੀ ਹੈ ਵਿਆਸ ਦੇਵ ਨੇ, ਕਿਉਂਕਿ ਧਿਤਰਾਸ਼ਟਰ ਦੇ ਅੰਨਾ ਸੀ, ਉਹਨੂੰ ਦਿਖਦਾ ਹੀ ਨਹੀਂ ਪਿਆ ਤੇ ਉਹ ਦੇਖਣਾ ਵੀ ਨਹੀਂ ਚਾਹੁੰਦਾ, ਕਿਉਂਕਿ ਉਹ ਕਹਿੰਦਾ ਕਿ ਮੈਂ ਸਾਰੀ ਜ਼ਿੰਦਗੀ ਤੇ ਬਿਨਾਂ ਅੱਖਾਂ ਤੇ ਕੱਢ ਦਿੱਤੀ ਹੈ, ਹੁਣ ਮੈਂ ਇਹਨਾਂ ਨੂੰ ਦੇਖ ਕੇ ਕੀ ਕਰਾਂਗਾ। ਤੇ ਇਸ ਕਰਕੇ ਵਿਆਸ ਦੇਵ ਨੇ ਸੰਜੇ ਨੂੰ ਦਿਵਯ ਦ੍ਰਿਸ਼ਟੀ ਦਿੱਤੀ ਹੈ। ਜਿੱਦਾਂ ਹੁਣ ਅੱਜ ਕੱਲ ਤੁਹਾਡੇ ਸਾਰਿਆਂ ਕੋਲ ਹੈ ਦਿਵਯ ਦ੍ਰਿਸ਼ਟੀ, ਤੁਹਾਨੂੰ ਵੀ ਸਾਰਿਆਂ ਨੂੰ ਦਿੱਤੀ ਹੈ ਕਿ ਮੈਂ ਇੱਥੇ ਬਟਾਲੇ ਬੈਠਾ, ਆਪਣੇ ਘਰ ਬੈਠਾ ਤੇ ਤੁਸੀਂ ਸਾਰੇ ਜਾਣੇ ਮੈਨੂੰ ਦੇਖ ਰਹੇ ਹੋ। ਇੱਕ ਤਰ੍ਹਾਂ ਦੇ ਨਾਲ ਇਹ ਵੀ ਇੱਕ ਇਸ ਤਰ੍ਹਾਂ ਦਾ ਕੋਈ ਇਸ ਤੋਂ ਸੁਪੀਰੀਅਰ ਕੋਈ ਮਾਧਿਅਮ ਹੋਏਗਾ ਜਿਹਦੇ ਨਾਲ ਕਿ ਸੰਜੇ ਦੇਖ ਰਿਹਾ। ਹਸਤਿਨਾਪੁਰ ਦਿੱਲੀ ਦੇ ਲਾਗੇ ਬੈਠਾ, ਦਿੱਲੀ ਦੇ ਲਾਗੇ ਸੀਗਾ ਹਸਤਿਨਾਪੁਰ, ਮੇਰਠ ਦੇ ਲਾਗੇ ਆ, ਔਰ ਸੰਜੇ ਉੱਥੇ ਬੈਠਾ था ਧਿਤਰਾਸ਼ਟਰ ਦੇ ਨਾਲ, ਔਰ ਉਹ ਉੱਥੋਂ ਬੈਠਾ ਹੀ ਕੁਰੂਕਸ਼ੇਤਰ ਦਾ ਮੈਦਾਨ ਦੇਖ ਰਿਹਾ। ਠੀਕ ਹੈ, ਇਹ ਟੈਕਨੋਲੋਜੀ ਅੱਜ ਨਹੀਂ ਹੈ, ਉਸ ਵੇਲੇ ਉਸ ਤੋਂ ਪਹਿਲਾਂ ਦੀ ਵੀ ਕੋਈ ਹਾਇਰ ਟੈਕਨੋਲੋਜੀ ਹੋਏਗੀ। ਠੀਕ ਹੈ, ਕਿਉਂਕਿ ਸੰਜੇ ਦੇ ਕੋਲ ਕੋਈ ਮੋਬਾਈਲ ਨਹੀਂ ਸੀ ਹੈਗਾ, ਸਾਡੇ ਕੋਲ ਕੋਈ ਇੱਕ ਮੋਬਾਈਲ ਹੈ। ਤੇ ਇਹਦੇ ਵਿੱਚ ਸੰਜੇ ਕਹਿ ਰਿਹਾ ਜੋ ਅਰਜੁਨ ਦੇਖ ਰਿਹਾ ਉਹ ਧਿਤਰਾਸ਼ਟਰ ਨੂੰ ਦੱਸ ਰਿਹਾ। अर्जुन ने यहाँ, मैं हिंदी ਵਿੱਚ बोलांगा, नाल मैं पंजाबी ਵਿੱਚ ट्रांसलेट कर दांगा। अर्जुन ने वहां पर दोनों पक्षों की सेनाओं के मध्य में अपने चाचा ताऊओं, पितामहों, गुरुओं, मामाओं, भाइयों, पुत्रों, पौत्रों, मित्रों, ससुरों और शुभ चिंतकों को भी देखा। ਹੁਣ ਇੱਥੇ ਕੀ ਹੈ ਕਿ ਹੁਣ ਅਰਜੁਨ ਕੀ ਦੇਖਦਾ ਪਿਆ ਵਾ? ਅਰਜੁਨ ਨੇ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਖੜੇ ਹੋ ਕੇ ਕੀ ਦੇਖਿਆ? ਉਹਨੇ ਦੇਖਿਆ ਕਿ ਉਹਦੇ ਚਾਚਾ, ਉਹਦੇ ਤਾਏ, ਉਹਦੇ ਪਿਤਾਮਹ, ਮਤਲਬ ਪਿਤਾਮਹ ਕਹਿੰਦੇ ਆ ਕਿ ਪਿਤਾ ਦੇ ਵੀ ਪਿਤਾ ਨੂੰ, ਓਕੇ, ਤੇ ਪਿਤਾ ਦੇ ਪਿਤਾ ਨੂੰ ਵੀ ਪਿਤਾਮਹ ਕਹਿੰਦੇ ਨੇ, ਕਿਉਂਕਿ ਭੀਸ਼ਮ ਪਿਤਾਮਹ ਸੀ, ਭੀਸ਼ਮ ਪਿਤਾਮਹ ਉਹਦੇ ਪਿਤਾ ਦੇ ਪਿਤਾ ਸੀ। ਤੇ ਗੁਰੂ ਦ੍ਰੋਣਾਚਾਰਿਆ, ਮਾਮਾ ਸ਼ल्य, ਉਹਦੇ ਜਿੰਨੇ ਵੀ ਭਰਾ ਸੀ, ਚਾਹੇ ਪਾਂਡਵ ਹੈ ਚਾਹੇ ਕੌਰਵ ਹੈ ਤੇ ਉਹਦੇ ਭਰਾ ਹੀ ਨੇ। ਫਿਰ ਪੁੱਤਰ, ਜਿੱਦਾਂ
ਸਾਡੇ ਭਰਾ ਦਾ ਜਿਹੜਾ ਚਾਹੇ ਵੱਡਾ ਭਰਾ ਹੈ ਚਾਹੇ ਛੋਟਾ ਭਰਾ ਹੈ ਉਹਦਾ ਬੱਚਾ ਸਾਡਾ ਬੱਚਾ ਵੀ ਲੱਗਦਾ ਹੀ ਹੈ ਨਾ। ਇਸ ਕਰਕੇ ਜਿਹੜਾ ਪੁੱਤਰ ਵਰਡ ਹੈ ਉਹ ਅਭਿਮਨਿਊ ਵਾਸਤੇ ਵੀ ਯੂਜ਼ ਕੀਤਾ ਜਾ ਰਿਹਾ ਹੈ ਤੇ ਪੰਜਾਂ ਪਾਂਡਵਾਂ ਦੇ ਬੱਚਿਆਂ ਵਾਸਤੇ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਕੌਰਵਾਂ ਦੇ ਬੱਚਿਆਂ ਵਾਸਤੇ ਵੀ ਇਸਤੇਮਾਲ ਕੀਤਾ ਜਾ ਰਿਹਾ ਕਿਉਂਕਿ ਉਹ ਵੀ ਅਰਜੁਨ ਦੇ ਹੀ ਬੱਚੇ ਜੇ ਟੱਬਰ ਇੱਕ ਸੀ ਤੇ ਉਹ ਬੱਚੇ ਵੀ ਇੱਕ ਹੀ ਸੀ ਤੇ ਅੱਗੇ ਉਹਨਾਂ ਦੇ ਅਰਜੁਨ ਦੇ ਪੋਤੇ ਫਿਰ ਉਹਦੇ ਜਿੰਨੇ ਵੀ ਦੋਸਤ ਸੀ ਜਿਹੜੇ ਲੜਨ ਵਾਸਤੇ ਆਏ ਸੀ ਠੀਕ ਹੈ ਕਿਉਂਕਿ ਜਦੋਂ ਯੁੱਧ ਹੋਣਾ ਸੀ ਤੇ ਸਾਰਿਆਂ ਨੂੰ ਮਤਲਬ ਪੁੱਛਿਆ ਗਿਆ ਕਿ ਦੱਸੋ ਤੁਸੀਂ ਕਿਹਦੇ ਵੱਲੋਂ ਲੜਨਾ ਹੈ ਉਹਨਾਂ ਨੇ ਆਪਣੇ ਦੋਸਤਾਂ ਨੂੰ ਵੀ ਪੁੱਛਿਆ ਕਿ ਦੱਸੋ ਤੁਸੀਂ ਆਓਗੇ ਲੜਨ ਵਾਸਤੇ ਫਿਰ ਕੁਝ ਦੋਸਤ ਉਹਦੀ ਪਾਰਟੀ ਵੱਲ ਆ ਗਏ ਕੁਝ ਦੋਸਤ ਐਂਟੀ ਪਾਰਟੀ ਵੱਲ ਚਲੇ ਗਏ ਮਤਲਬ ਦੂਜੀ ਜਿਹੜੇ ਦੁਸ਼ਮਣਾਂ ਦੀ ਪਾਰਟੀ ਵੱਲ ਚਲੇ ਗਏ ਤੇ ਕੁਝ ਸ਼ੁਭ ਚਿੰਤਕ ਵੀ ਸੀ ਜਿਹੜੇ ਨਮਸਤੇ ਜੀ ਕਰਨ ਵਾਸਤੇ ਆਉਂਦੇ ਨੇ ਤੇ ਦੇਖ ਕੇ ਚਲੇ ਜਾਂਦੇ ਨੇ ਉਹਨਾਂ ਨੂੰ ਸ਼ੁਭ ਚਿੰਤਕ ਵੀ ਕਹਿੰਦੇ ਨੇ ਸ਼ੁਭ ਮਤਲਬ ਅਸੀਂ ਤੁਹਾਡੇ ਸ਼ੁਭ ਚਿੰਤਕ ਹਾਂ ਤੁਹਾਡੇ ਸ਼ੁਭ ਦੀ ਚਿੰਤਾ ਕਰਦੇ ਹਾਂ ਉਹ ਵੀ ਸੀ ਇਸ ਚੀਜ਼ ਦੇ ਵਿੱਚ ਪ੍ਰਭੁਪਾਦ ਕਹਿੰਦੇ ਪਏ ਨੇ कि अर्जुन युद्ध भूमि में अपने सभी संबंधियों को देख सका अर्जुन ने कुरुक्षेत्र ਦੇ ਮੈਦਾਨ ਦੇ ਵਿੱਚ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਦੇਖਿਆ ਉਹਨੇ ਦੇਖਿਆ ਕਿ ਜਿੰਨਾ ਵੀ ਉਹਦਾ ਕੁਨਬਾ ਸੀ ਜਿੰਨਾ ਵੀ ਉਹਦਾ ਟੱਬਰ ਸੀ ਸਾਰਾ ਦਾ ਸਾਰਾ ਯੁੱਧ ਭੂਮੀ ਦੇ ਵਿੱਚ ਹੀ ਬੈਠਾ ਦਾ ਸੀ वह अपने पिता के समकालीन भूरिश्रवा जैसे व्यक्तियों भीष्म तथा सोमदत्त जैसे पितामहों ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਉਹਨੇ ਆਪਣੇ ਜਿਹੜੇ ਉਹਦੇ ਪਿਓ ਦੇ ਹਾਣੀ ਸੀ ਬੁਰੀ ਸ਼ਰਵਾ ਵਰਗੇ ਲੋਕ ਸੀਗੇ ਉਹਨਾਂ ਨੂੰ ਵੀ ਦੇਖਿਆ ਜਿਹੜੇ ਪਿਓ ਦੇ ਹਾਨੀ ਸੀ ਜਿੱਦਾਂ ਬਿਸ਼ਮ ਪਿਤਾਮਾ ਔਰ ਸੋਮਦੱਤ ਉਹ ਵੀ ਲੜਨ ਵਾਸਤੇ ਆਏ ਸੀ ਜਿੱਦਾਂ ਅਸੀਂ ਅੱਜ ਕੱਲ ਦੇਖ ਲਈਏ ਕਿ ਜਿਹੜੇ ਸਾਡੇ ਦਾਦੇ ਨੇ ਠੀਕ ਹੈ ਉਹ ਤੇ ਥੋੜੇ ਬਜ਼ੁਰਗ ਹੋ ਕੇ ਵਾਲ ਚਿੱਟੇ ਹੋ ਜਾਣਗੇ ਤੇ ਜਲਦੀ ਮੰਜਾ ਮਾਰ ਲੈਣਗੇ ਪਰ ਇੱਥੇ ਕੀ ਹੈ ਇੱਥੇ ਹਿਸਾਬ ਹੀ ਉਲਟਾ ਵਾ ਇਹਨਾਂ ਦੇ ਵਿੱਚ ਇੰਨੀ ਕੁ ਤਾਕਤ ਆ ਕਿ ਉਹ ਲੋਕ ਯੁੱਧ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ ਆਏ ਨੇ द्रोणाचार्य तथा कृपाचार्य जैसे गुरु उत्थे द्रोणाचार्य भी सीगे कृपाचार्य भी सी और शल्य तथा शकुनी जैसे मामा शल्य अर्जुन दा मामा सी ते शकुनी दुर्योधन दा मामा सी पर इत्थे की है कि शल्य ते शकुनी दोनों ही अर्जुन दे ते दुश्मन वाली पार्टी तो लड़दे पए आ दुर्योधन वर्गे ओदे भरा सी लक्ष्मण वर्गे ओदे पुत्र सी लक्ष्मण दुर्योधन दे पुत्र दा नाम है अश्वत्थामा वर्गे ओदे मित्र सी ਕਿਉਂਕਿ ਅਸ਼ਵਥਾਮਾ ਦ੍ਰੋਣਾਚਾਰਿਆ ਦਾ ਮੁੰਡਾ ਸੀ ਤੇ ਦ੍ਰੋਣਾਚਾਰਿਆ ਅਰਜੁਨ ਦੇ ਗੁਰੂ ਸੀ ਤੇ ਜਿਹੜੇ ਗੁਰੂ ਦਾ ਮੁੰਡਾ ਹੋਏਗਾ ਉਹ ਦੋਸਤਾਂ ਦੇ ਬਰਾਬਰ ਹੀ ਹੋਏਗਾ ਤੇ ਕ੍ਰਿਤ ਵਰਮਾ ਜੈਸੇ ਸ਼ੁਭ ਚਿੰਤकों को देख सका ਤੇ ਉਹਨੇ ਕ੍ਰਿਤ ਵਰਮਾ ਵਰਗੇ ਜਿਹੜੇ ਕਿ ਉਹਦੇ ਭਲੇ ਦੀ ਇੱਛਾ ਕਰਦੇ ਸੀ ਉਹਨਾਂ ਨੂੰ ਵੀ ਦੇਖਿਆ ਪਰ ਜਿਹੜੇ ਕਿ ਉਸ ਵੇਲੇ ਐਂਟੀ ਪਾर्टी ਵੱਲੋਂ ਲੜਦੇ ਪਏ ਸੀ वह उन सेनाओं को भी देख सका जिनमें उसके अनेक मित्र थे ਤੇ ਉਹਨੇ ਉਹ ਸਾਰੀ ਸੈਨਾ ਨੂੰ ਵੀ ਦੇਖਿਆ ਜਿਹਦੇ ਵਿੱਚ ਉਹਨੇ ਦੇਖਿਆ ਕਿ ਕਈ ਉਹਦੇ ਦੋਸਤ ਵੀ ਸੀ ਜਿਹੜੇ ਉਹਦੇ ਨਾਲੋਂ ਵੀ ਲੜਨ ਆਏ ਸੀ ਤੇ ਉਹਦੇ ਦੁਸ਼ਮਣ ਦੀ ਪਾਰਟੀ ਵੱਲੋਂ ਵੀ ਲੜਨ ਆਏ ਸੀ ਅਗਲੇ ਸ਼ਲੋਕ ਵਿੱਚ ਤਾਨ ਸਮੀਕਸ਼ਾ ਸਕੌਂਤੇ ਸਰਵਾਨ ਬੰਧੋਨ ਅਵਸਥਿਤਾਨ कृपया पर्याविष्टो विषीदन इदम अब्रवीत इथे संजय कह रहे हैं कि अर्जुन ने जब देखा जब कुंती पुत्र अर्जुन ने मित्रों तथा संबंधियों की इन विभिन्न श्रेणियों को देखा तो वह करुणा से अभिभूत हो गया और वह इस प्रकार बोला कि होया कि ਜਦੋਂ ਉਹਨੇ ਵਿਚਕਾਰ ਖੜੇ ਹੋ ਕੇ ਦੋਨਾਂ ਜਾਣਿਆਂ ਨੂੰ ਦੇਖਿਆ ਪਾਂਡਵਾਂ ਤੇ ਉਹਨਾਂ ਦੇ ਪਿੱਛੇ ਜਿੰਨੀ ਸੈਨਾ ਸੀ ਉਹਨਾਂ ਨੂੰ ਦੇਖਿਆ ਤੇ ਕੌਰਵਾਂ ਦੇ ਪਿੱਛੇ ਜਿੰਨੀ ਸੈਨਾ ਸੀ ਉਹਨਾਂ ਨੂੰ ਦੇਖਿਆ ਤੇ ਜਦੋਂ ਉਹਨਾਂ ਨੂੰ ਵੇਖਿਆ ਤੇ ਉਹਨੇ ਵੇਖ ਕੇ ਉਹਦੇ ਅੰਦਰ ਕੀ ਹੋ ਗਿਆ ਵਾ ਉਹਦੇ ਅੰਦਰ विशीदन इथे एक संस्कृत ਦੇ ਵਿੱਚ ਵਰਡ ਆਇਆ विशीदन ਦਾ ਮਤਲਬ ਹੁੰਦਾ ਸ਼ੋਕ ਕਰਨਾ ਤੇ ਉਹਦੇ ਅੰਦਰ ਇੰਨੀ ਕੁ ਦਇਆ ਆ ਗਈ ਹੈ ਇੰਨੀ ਕੁ ਕਰੁਣਾ ਆ ਗਈ ਹੈ ਤੇ ਉਹ ਕਰੁਣਾ ਕਰਦਾ ਹੋਇਆ ਇਹਦਾ ਬੋਲਦਾ ਪਿਆ ਹੁਣ ਇੱਥੇ ਅਸੀਂ ਸਭ ਤੋਂ ਪਹਿਲਾਂ ਕੁਐਸਚਨ ਇਹ ਚੁੱਕ ਸਕਦੇ ਹਾਂ ਕਿ ਅਰਜੁਨ ਨੂੰ ਉਹਨਾਂ ਵੱਲ ਦੇਖ ਕੇ ਦਇਆ ਆ ਕਿਉਂ ਗਈ ਇਹ ਇੱਥੇ ਇੱਕ ਬੜਾ ਵੱਡਾ ਟੌਪਿਕ ਹੈ ਕਿ ਇੱਕ ਐਡਾ ਵੱਡਾ ਖੱਤਰੀ ਹੈ ਮਤਲਬ ਇੱਕ ਯੋਧਾ ਆ ਜਿਨੇ ਮਤਲਬ ਇੰਨੇ ਯੁੱਧ ਲੜੇ ਨੇ ਠੀਕ ਹੈ ਔਰ ਉਹਦੇ ਕੋਲ ਦੁਨੀਆ ਦਾ ਸਭ ਤੋਂ ਸਟਰੋਂਗ ਧਨੁਸ਼ ਆ ਜਿਹਦਾ ਨਾਮ ਗੰਡੀਵ ਆ ਔਰ ਉਹਨੇ ਸੌਂ ਖਾਦੀ ਦੀ ਹੈ ਕਿ ਉਹਦੇ ਹੱਥੋਂ ਧਨੁਸ਼ ਕਦੀ ਵੀ ਥੱਲੇ ਨਹੀਂ ਰੱਖਿਆ ਜਾਏਗਾ ਇਹਦਾ ਮਤਲਬ ਕਿ ਉਹਦੇ ਅੰਦਰ ਬੜਾ ਬਲ ਹੋਏਗਾ ਬੜਾ ਉਹਦੇ ਅੰਦਰ ਸਟਰੈਂਥ ਬੜਾ ਪਾਵਰ ਬੜਾ ਬਲਵਾਨ ਹੋਏਗਾ ਉਹ ਕਿ ਉਹ ਜਲਦੀ ਆਪਣੇ ਦੁਸ਼ਮਣਾਂ ਵਾਲੀ ਪਾਰਟੀ ਦੇ ਉੱਤੇ ਉਹ
मतलब दया नहीं आ सकती ਉਹਨੂੰ। ਪਰ ਇਹ ਸਭ ਕੁਝ ਦੇਖ ਕੇ ਉਹਨੂੰ ਥੋੜਾ ਜਿਹਾ ਸ਼ੌਕ ਹੋ ਗਿਆ, ਉਹਨੂੰ ਉਹਦੇ ਅੰਦਰ ਇੱਕ ਦਇਆ ਦੀ ਭਾਵਨਾ ਆ ਗਈ ਹੈ। ਹੁਣ ਅਗਲੇ ਇਹਦੇ ਬਾਰੇ ਮੈਂ ਥੋੜਾ ਜਿਹਾ ਫਿਰ ਅੱਗੇ ਚਰਚਾ ਕਰਾਂਗਾ। ਅਗਲੇ ਦੇ ਵਿੱਚ ਕੀ ਹੈ ਕਿ ਅਰਜੁਨ ਫਿਰ ਕਹਿ ਰਿਹਾ ਭਗਵਾਨ ਨੂੰ, ਦ੍ਰਿਸ਼ਟਵੇਮੰ ਸਵਜਨਮ ਕ੍ਰਿਸ਼ਨ ਯੁਯੁਤਸਮ ਸਮਉਪਸਥਿਤਮ ਸਿਦੰਤੀ ਮਮ ਗਾਤਰਾਣੀ ਮੁਖਮ ਚ ਪਰਿਸ਼ੁਸ਼ਯਤੀ। ਇੱਥੇ ਕੀ ਕਹਿ ਰਿਹਾ ਅਰਜੁਨ ਭਗਵਾਨ ਨੂੰ? अर्जुन कह रहा है, हे कृष्ण, इस प्रकार युद्ध की इच्छा रखने वाले अपने मित्रों तथा संबंधियों को अपने समक्ष उपस्थित देखकर मेरे शरीर के अंग कांप रहे हैं और मेरा मुंह सूखा जा रहा है। ਕੀ ਹੈ ਕਿ ਸਪੋਜ਼ ਕਰੋ ਕਿ ਇੱਥੇ ਅਰਜੁਨ ਦੀ ਹੈ ਨਾ, ਕਿ ਇੱਥੇ ਅਰਜੁਨ ਦੀ ਕੰਡੀਸ਼ਨ ਉਹ ਹੋ ਗਈ ਹੈ ਕਿ ਅਸੀਂ ਕਲਾਸ ਦੇ ਵਿੱਚ ਗਏ ਆ, ਅਸੀਂ ਬੜੇ ਖੁਸ਼ ਹੋ ਕੇ ਗਏ ਆ ਤੇ ਅਸੀਂ ਆਪਣੇ ਦੋਸਤਾਂ ਨੂੰ ਹੱਥ ਹੁੱਥ ਮਿਲਾਇਆ, ਗਲੇ ਗੁਲੇ ਮਿਲੇ ਆ ਤੇ ਇੱਕਦਮ ਕੀ ਹੋਇਆ ਕਿ ਮੈਡਮ ਆਏ ਨੇ, ਅਸੀਂ ਕਲਾਸ ਸਟੈਂਡ ਵੈਲਕਮ ਕੀਤਾ, ਬੜੇ ਖੁਸ਼ੀ ਵੈਲਕਮ ਕੀਤਾ ਤੇ ਉਸੇ ਵੇਲੇ ਮੈਡਮ ਨੇ ਸਾਡੀ ਨੇ ਕਹਿ ਦਿੱਤਾ ਹੈ ਕਿ ਅੱਜ ਤੁਹਾਡਾ ਸਰਪ੍ਰਾਈਜ਼ ਟੈਸਟ ਹੋਣਾ ਹੈ। ਤੇ ਟੈਸਟ ਵੀ ਸ਼ਾਇਦ ਫਿਜ਼ਿਕਸ ਦਾ ਹੋ ਸਕਦਾ ਹੈ ਜਾਂ ਮੈਥਸ ਦਾ ਹੋ ਸਕਦਾ ਹੈ ਜਾਂ ਕੋਈ ਇਦਾਂ ਦੇ ਸਬਜੈਕਟ ਦਾ ਹੋ ਸਕਦਾ ਜਿਹੜਾ ਕਿ ਸਾਨੂੰ ਨਹੀਂ ਆਉਂਦਾ। ਉੱਥੇ ਕੀ ਹੈ ਕਿ ਉੱਥੇ ਸਾਡੀ ਉਹ ਹਾਲਤ ਹੋ ਜਾਏਗੀ ਕਿ ਸਾਨੂੰ ਸਮਝ ਨਹੀਂ ਆਏਗਾ ਕਿ ਯਾਰ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਐਪਲੀਕੇਸ਼ਨ ਹੀ ਲਿਖ ਦਿੰਦਾ ਕਿ ਮੈਂ ਠੀਕ ਨਹੀਂ ਹੈਗਾ, ਜਾਂ ਘਰ ਹੀ ਬਹਾਨਾ ਬਣਾ ਦਿੰਦਾ ਕਿ ਮੈਂ ਠੀਕ ਨਹੀਂ ਹੈਗਾ। ਪਰ ਹੁਣ ਕੀ ਹੈਗਾ ਵਾ ਕਿ ਹੁਣ ਕਲਾਸ ਦੇ ਵਿੱਚ ਆ ਗਏ ਆ ਤੇ ਹੁਣ ਡਰ ਲੱਗਣ ਲੱਗ ਗਿਆ, ਹੁਣ ਡਰ ਲੱਗਣ ਲੱਗ ਗਿਆ ਤੇ ਮੂੰਹ ਸੁੱਕਦਾ ਪਿਆ ਵਾ ਤੇ ਪਾਣੀ ਵੀ ਨਹੀਂ ਹੈਗਾ। ਇਹ ਕੰਡੀਸ਼ਨ ਹੋ ਗਈ ਆ। ਅਰਜੁਨ ਕਹਿ ਰਿਹਾ ਹੈ ਭਗਵਾਨ ਨੂੰ ਕਿ हे ਕ੍ਰਿਸ਼ਨ, ਕਿ ਮੈਂ ਇੱਥੇ ਸਭ ਨੂੰ ਦੇਖਦਾ ਪਿਆ ਜਿਹੜੇ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਲੜਨ ਦੀ ਇੱਛਾ ਰੱਖ ਕੇ ਤੇ ਇੱਥੇ ਲੜਨ ਵਾਸਤੇ ਆਏ ਨੇ, ਮੇਰੇ ਸੰਬੰਧੀ ਜਿਹੜੇ ਮੇਰੇ ਟੱਬਰ ਵਾਲੇ ਨੇ ਤੇ ਜਿਹੜੇ ਮੇਰੇ ਦੁਸ਼ਮਣ ਦੀ ਪਾਰਟੀ ਤੋਂ ਵੀ ਆਏ ਨੇ, ਮੈਂ ਉਹਨਾਂ ਨੂੰ ਵੀ ਦੇਖਦਾ ਪਿਆ, ਮੈਂ ਉਹਨਾਂ ਸਾਰਿਆਂ ਨੂੰ ਦੇਖਦਾ ਪਿਆ। ਤੇ ਉਹ ਇਹ ਸਾਰਾ ਕੁਝ ਦੇਖ ਕੇ ਨਾ ਮੇਰੇ ਕਹਿੰਦੇ ਨਾ ਲੂਣੇ ਕੰਡੇ ਖੜੇ ਹੋ ਗਏ ਨੇ। ਉਹ ਕਹਿੰਦਾ ਪਿਆ ਕਿ ਮੇਰੇ ਜਿਹੜਾ ਸਰੀਰ ਹੈ ਉਹ ਕੰਬਣ ਡਿਆ ਤੇ ਮੇਰਾ ਮੂੰਹ ਸੁੱਕਦਾ ਪਿਆ। ਹੁਣ ਇਸ ਚੀਜ਼ ਦੇ ਵਿੱਚ ਸਾਡੇ ਜਿਹੜੇ ਗੁਰੂ ਨੇ, ਜਿਹੜੇ ਆਚਾर्य ਨੇ, ਉਹ ਕੀ ਕਹਿ ਰਹੇ ਨੇ, ਪ੍ਰਭੁਪਾਦ ਕੀ ਕਹਿ ਰਹੇ ਨੇ? यथार्थ भक्ति से युक्त मनुष्य में वे सारे सद्गुण रहते हैं जो सत्पुरुषों या देवताओं में पाए जाते हैं, जबकि अभक्त अपनी शिक्षा तथा संस्कृति के द्वारा भौतिक योग्यताओं में चाहे कितना ही उन्नत क्यों ना हो, इन ईश्वरीय गुणों से भी हीन हो जाता है। ਹੁਣ ਇੱਥੇ ਦੋ ਚੀਜ਼ਾਂ ਨੇ, ਠੀਕ ਹੈ, ਦੋ ਚੀਜ਼ਾਂ ਇਹ ਨੇ ਕਿ ਇੱਥੇ ਪ੍ਰਭੁਪਾਦ ਕੀ ਕਹਿ ਰਹੇ ਨੇ ਕਿ ਜਿਹੜਾ ਉਹਨੂੰ ਉਹਦੇ ਲੂਣੇ ਕੰਡੇ ਖੜੇ ਹੋ ਗਏ ਨੇ, ਜਿਹੜਾ ਉਹਦਾ ਸਰੀਰ ਕੰਬਦਾ ਪਿਆ, ਉਹਦਾ ਮੂੰਹ ਸੁੱਕਦਾ ਪਿਆ, ਜਿਹੜੇ ਉਹਦੇ ਅੰਦਰ ਇਹ ਦਇਆ ਦੀ ਭਾਵਨਾ ਆ ਗਈ ਹੈ, ਉਹ ਕਿਉਂ ਆ ਗਈ ਹੈ? ਦਇਆ ਕਿਹਨੂੰ ਆਉਂਦੀ ਹੈ? ਸਭ ਤੋਂ ਪਹਿਲਾਂ ਤੇ ਇਹ ਕੁਐਸਚਨ ਹੈ। ਦਇਆ ਹਮੇਸ਼ਾ ਉਹਨੂੰ ਹੀ ਆਉਂਦੀ ਹੈ ਜਿਹਦੇ ਅੰਦਰ ਕੋਈ ਭਾਵਨਾ ਹੁੰਦੀ ਹੈ। ਕਿਸੇ ਹੁਣ ਰਾਵਣ ਨੂੰ ਕਿਉਂ ਨਹੀਂ ਦਇਆ ਆ ਗਈ? ਸੋਚਣ ਵਾਲੀ ਗੱਲ ਹੈ। ਰਾਵਣ ਨੂੰ ਦਇਆ ਨਹੀਂ ਆਈ। ਰਾਵਣ ਸੀਤਾ ਦੇਵੀ ਨੂੰ ਚੁੱਕ ਕੇ ਲੈ ਆਇਆ, ਉਹਦੇ ਅੰਦਰ ਦਇਆ ਆਈ ਨਹੀਂ। ਉਹਨੇ ਥੋੜਾ ਨਾ ਸੋਚਿਆ ਕਿ ਸੀਤਾ ਦੇਵੀ ਇਕੱਲੀ ਉੱਥੇ ਕੁਟੀਆ ਦੇ ਵਿੱਚ ਬੈਠੀ ਦੀ ਹੈ। ਕਿਉਂ ਨਹੀਂ ਆਈ? ਕਿਉਂਕਿ ਉਹਦੇ ਵਿੱਚ ਉਹ ਗੁਣ ਹੀ ਨਹੀਂ ਹੈਗਾ। ਫਿਰ ਰਾਵਣ ਨੇ ਕਿੰਨੇ, ਸਾਨੂੰ ਪਤਾ ਵਾ ਕਿ ਉਹਨੇ ਕਾਲ ਨੂੰ ਵੀ ਬੰਨਿਆ ਦਾ ਸੀ, ਠੀਕ ਹੈ, ਤੇ ਸਾਰੇ ਦੇ ਸਾਰੇ ਗ੍ਰਹਿ ਨਕਸ਼ਤਰਾਂ ਨੂੰ ਉਹਨੇ ਆਪਣੇ ਦਰਬਾਰ ਦੇ ਵਿੱਚ ਹੀ ਰੱਖਿਆ ਦਾ ਸੀ, ਹੈਨਾ। ਉਹ ਕਿਉਂ ਰੱਖਿਆ ਦਾ ਸੀ? ਕਿਉਂਕਿ ਉਹਦੇ ਵਿੱਚ ਦਇਆ ਦਾ ਗੁਣ ਹੀ ਨਹੀਂ ਹੈ। ਦਇਆ ਦਾ ਗੁਣ ਉਹਦੇ ਵਿੱਚ ਹੀ ਹੋਏਗਾ ਜਿਹਨੂੰ ਪਤਾ ਹੋਏਗਾ ਕਿ ਰੱਬ ਨਾਮ ਦੀ ਕੋਈ ਚੀਜ਼ ਹੈਗੀ ਹੈ। ਜਿਹਨੂੰ ਰੱਬ ਦਾ ਪਤਾ ਹੋਏਗਾ ਉਹਦੇ ਅੰਦਰ ਹੀ ਇਹ ਚੀਜ਼ ਹੋਏਗੀ। ਅਦਰਵਾਈਜ਼ ਅਗਰ ਜਿਹਨੂੰ ਰੱਬ ਦਾ ਡਰ ਨਹੀਂ ਹੋਏਗਾ, ਜਿਹਨੇ ਭਗਤੀ ਨਹੀਂ ਕੀਤੀ, ਜਿਹਨੂੰ ਭਗਤੀ ਦਾ ਕੁਝ ਪਤਾ ਹੀ ਨਹੀਂ ਹੋਏਗਾ, ਉਹਦੇ ਅੰਦਰ ਦਇਆ ਦੀ ਭਾਵਨਾ ਨਹੀਂ ਹੋਏਗੀ। ਇਸ ਕਰਕੇ ਉਹ ਅਰਜੁਨ ਉਸ ਚੀਜ਼ ਨੂੰ ਦੇਖ ਕੇ ਥੋੜਾ ਜਿਹਾ ਘਬਰਾ ਗਿਆ ਕਿ ਮੈਂ ਇਹਨਾਂ ਸਾਰਿਆਂ ਦੇ ਨਾਲ ਲੜਾਂਗਾ ਜਿਹੜੇ ਮੇਰੇ ਆਪਣੇ ਨੇ, ਜਿਹੜੇ ਮੇਰੇ ਨਾਲ ਛੋਟੇ ਹੁੰਦੇ ਤੋਂ ਖੇਲੇ ਨੇ, ਜਿਨ੍ਹਾਂ ਕੋਲੋਂ ਮੈਂ ਪੜ੍ਹਿਆ ਵਾਂ, ਜਿਨ੍ਹਾਂ ਦੀ ਮੈਂ ਗੋਦੀ ਵਿੱਚ ਬੈਠ ਕੇ ਖੇਲਿਆ ਵਾਂ, ਠੀਕ ਹੈ, ਜਾਂ ਜਿਨ੍ਹਾਂ ਨੇ ਮੈਨੂੰ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਨੇ, ਤੇ ਜਿਹੜੇ ਮੇਰੇ ਦੋਸਤ ਨੇ ਅੱਜ ਉਹ ਮੇਰੇ ਨਾਲ ਲੜਨ ਆਏ ਨੇ, ਅੱਜ ਮੈਂ ਉਹਨਾਂ ਨੂੰ ਮਾਰ ਦਿਆਂਗਾ। ਇਹ ਸਾਰੀਆਂ ਚੀਜ਼ਾਂ ਦੇਖ ਕੇ ਅਰਜੁਨ ਡਰ ਗਿਆ। अतः स्वजनों, मित्रों तथा संबंधियों को युद्ध भूमि में देखते ही अर्जुन उन सबके लिए करुणा से अभिभूत हो गया जिन्होंने परस्पर युद्ध करने का निश्चय किया था। जहां तक उसके अपने सैनिकों का संबंध था,
वह अपने प्रति प्रारंभ से दयालु था, किंतु विपक्षी दल के सैनिकों की आसन्न मृत्यु को देखकर वह उन पर भी दया का अनुभव कर रहा था। मतलब वो इस वेले ओदी कंडीशन ये है कि वो कह रहे हैं कि यार मतलब ਅਸੀਂ ਲੜੀਏ ਨਾ, ਅਸੀਂ बैठ के ना इस चीज ਨੂੰ रिजॉल्व कर लिए, ठीक है। और जब वह इस प्रकार सोच रहा था तो उसके अंगों में कंपन होने लगा और मुंह सूख गया। ਇਹ ਸਭ ਸੋਚਦੇ ਉਹਨੂੰ ਉਹਦੇ ਅੰਦਰ ਇੱਕ ਕਿਸਮ ਦੇ ਨਾਲ ਦਇਆ ਵੀ ਆ ਗਈ। ਹੁਣ ਇੱਥੇ ਕੀ ਹੈ ਕਿ ਇੱਥੇ ਦੋ ਚੀਜ਼ਾਂ ਨੇ। ਦਇਆ ਆਂਦੀ ਹੈ ਉਸ ਬੰਦੇ ਦੇ ਵਿੱਚ ਵੀ ਜਿਹਨੂੰ ਪਤਾ ਵਾ, ਜਿਹਨੇ ਜਿਹੜਾ ਭਗਤ ਆ, ਜਿਹਨੇ ਭਗਤੀ ਕੀਤੀ ਹੈ, ਜਿਹਨੂੰ ਪਤਾ ਕਿ ਰੱਬ ਹੈਗਾ ਆ, ਠੀਕ ਹੈ। ਇੱਕ ਦਇਆ ਉਹਦੇ ਵਿੱਚ ਵੀ ਆਂਦੀ ਹੈ ਜਿਹਨੂੰ ਡਰ ਲੱਗਦਾ, ਠੀਕ ਹੈ, ਕਿ ਚਲੋ ਯਾਰ ਠੀਕ ਹੈ ਕੋਈ ਗੱਲ ਨਹੀਂ। ਹੁਣ ਇੱਥੇ ਕੀ ਹੈ ਕਿ ਇੱਥੇ ਦੋਨੋਂ ਕੰਡੀਸ਼ਨਾਂ ਚੱਲ, ਇੱਥੇ ਦੋਨੋਂ ਤਰ੍ਹਾਂ ਦੇ ਨਾਲ ਅਰਜੁਨ ਸੋਚਦਾ ਪਿਆ। ਇੱਥੇ ਅਰਜੁਨ ਡਰ ਵੀ ਗਿਆ ਵਾ ਤੇ ਇੱਥੇ ਅਰਜੁਨ ਦੇ ਅੰਦਰ ਉਹ ਗੁਣ ਵੀ ਹੈਗਾ ਵਾ। ਅਰਜੁਨ ਡਰਿਆ ਕਿਉਂ ਹੈ ਦੇਖਿਆ ਜਾਵੇ ਤੇ ਇਸ ਗੱਲ ਨੂੰ, ਅਰਜੁਨ ਡਰਿਆ ਇਸ ਕਰਕੇ ਹੈ ਕਿ ਅਰਜੁਨ ਨੇ ਕਈ ਲੜਾਈਆਂ ਲੜੀਆਂ ਅਰਜੁਨ ਨੇ, ਤੇ ਇਹ ਲੜਾਈ ਲੜਨ ਲੱਗੇ ਅਰਜੁਨ ਦੇ ਅੰਦਰ ਦਇਆ ਕਿਉਂ ਆ ਗਈ ਆ। ਅਰਜੁਨ ਇੱਕ ਯੋਧਾ ਆ, ਅਰਜੁਨ ਨੇ ਕਈ ਜਾਨ ਮਤਲਬ ਕਈਆਂ ਨੂੰ ਮਾਰਿਆ ਹੋਏਗਾ, ਕਈ ਯੁੱਧ ਲੜੇ ਹੋਣਗੇ, ਕਈਆਂ ਦੇ ਤੇ ਤੀਰ ਚਲਾਏ ਹੋਣਗੇ, ਉਹਨਾਂ ਵੱਲ ਦੇਖ ਕੇ ਤੇ ਅਰਜੁਨ ਨੂੰ ਦਇਆ ਨਹੀਂ ਆਈ ਹੋਏਗੀ। ਤੇ ਇਹ ਚੀਜ਼ ਦੇਖ ਕੇ ਅਰਜੁਨ ਵੱਲ ਦਇਆ ਕਿਉਂ ਆ ਗਈ ਹੈ। ਇਹਦਾ ਕਾਰਨ ਜਿਹੜੇ ਸਾਡੇ ਆਚਾਰੇ ਹੋਏ ਨੇ ਪਹਿਲੇ, ਜਿਹੜੇ ਪ੍ਰਭੂਪਾਦ ਜੀ ਇਹ ਦੱਸਦੇ ਪਏ ਨੇ ਕਿ ਅਰਜੁਨ ਦੇ ਅੰਦਰ ਮੋਹ ਆ ਗਿਆ, ਮੋਹ, ਮੇਰਾਪਨ ਆ ਗਿਆ ਕਿ ਇਹ ਤੇ ਮੇਰੇ ਆਪਣੇ ਨੇ। ਇੱਥੇ ਕੀ ਹੈਗਾ ਕਿ ਇੱਥੇ ਕੀ ਹੈ, मैं आगे दसदा। उन सबको युद्ध अभिमुख देखकर उसे आश्चर्य भी हुआ। वो देख के हैरान भी है कि यार सारे मेरे नाल लड़न वास्ते आ गए ने, ਜਿਹੜੇ ਮੇਰੇ ਨਾਲ ਇਕੱਠੇ ਬੈਠੇ ਨੇ, ਜਿਨ੍ਹਾਂ ਨਾਲ ਮੈਂ ਖੇਡਿਆ ਵਾਂ, ਜਿਨ੍ਹਾਂ ਨਾਲ ਮੈਂ ਖਾਦਾ ਪੀਤਾ, ਜਿਨ੍ਹਾਂ ਕੋ ਮੈਂ ਪੜਿਆ ਵਾਂ, ਜਿਨ੍ਹਾਂ ਦੀ ਮੈਂ ਗੋਦੀ ਵਿੱਚ, ਹੁਣ ਭੀਸ਼ਮ ਪਿਤਾਮਾ ਦੀ ਗੋਦੀ ਵਿੱਚ ਅਰਜੁਨ ਦੇ ਦਾਦਾ ਜੀ ਹੈ, ਹੁਣ ਸਾਡੇ ਦਾਦਾ ਜੀ ਹੈ, ਹੁਣ ਅਸੀਂ ਦਾਦਾ ਜੀ ਦੀ ਗੋਦੀ ਵਿੱਚ ਉਹਨਾਂ ਨਾਲ ਸੁੱਤੇ ਵੀ ਆ, ਉਹਨਾਂ ਨਾਲ ਖਾਦਾ ਪੀਤਾ ਵੀ ਹੈ, ਤੇ ਕੱਲ ਨੂੰ ਉਹੀ ਸਾਡੇ ਢਿੱਡ 'ਚ ਚਾਕੂ ਮਾਰ ਦੇਣਗੇ ਤੇ ਸਾਨੂੰ ਡਰ ਹੋਏ, ਅਸੀਂ ਸੋਚਾਂਗੇ ਨਾ ਕਿ ਇਹ ਕੀ ਹੋ ਗਿਆ, ਇਹਨਾਂ ਨੇ ਸਾਡੇ ਨਾਲ ਏਦਾਂ ਕਿਉਂ ਕੀਤਾ। प्रायः सारा कुटुंब अर्जुन के सगे संबंधी उससे युद्ध करने आए थे। यद्यपि इसका उल्लेख नहीं है, किंतु तो भी सहज अनुमान लगाया जा सकता है कि न केवल उसके अंग कांप रहे थे और मुंह सूख रहा था, अपितु वह दयावश रुदन भी कर रहा था। मतलब इतने दसिया नहीं है, पर पता लगता पाया कि अर्जुन रो भी रहा है। अर्जुन में ऐसे लक्षण किसी दुर्बलता के कारण नहीं, अपितु हृदय की कोमलता के कारण थे, जो भगवान के शुद्ध भक्त का लक्षण है। अतः कहा गया है, ये इथों एक साडा होर ग्रंथ है श्रीमद भागवतम, जिहदे विच की भगवान दियां सारियां जो भगवान ने कीता इस पृथ्वी लोक दे विच आके वो सारा कुछ है। यस्य अस्ति भक्तिर भगवत कंचना सर्वत्र सर्वगुणस्तत्र समासते सुरा हराव भक्तस्य कुतो महद्गुणा मनोरथे आस्ति धावतो बहि। जो भगवान के प्रति अविचल भक्ति रखता है उसमें देवताओं के सद्गुण पाए जाते हैं। ये जड़ा गुण है ना दया वाला, जिदा मैं पहला दसिया कि ये चंगा गुण है, ये देवतावां दा गुण हुंदा है, ये राक्षसां दा गुण नहीं हुंदा। जिदा हिरणाक्ष सीगा, हिरणाक्ष ने किन्ना मतलब किन्ने लोकां नूं तंग कर दिता कि भगवान नूं नरसिंह रूप लैके उन्होंने आके मारना पिया, वो अपने बच्चे नहीं मारने वास्ते आ गया आगे। किंतु जो भगवत भक्त नहीं है उसके पास भौतिक योग्यताएं ही रहती हैं जिनका कोई मूल्य नहीं होता। जिन्हें भगवान की भक्ति नहीं ना की, उन्होंने नहीं पता कि दया की होंगी है। इसका कारण यह है कि वह मानसिक धरातल पर मंडराता रहता है और ज्वलंत माया के द्वारा अवश्य ही आकृष्ट होता है। ਇਹਦਾ मतलब ਇਹ ਹੈਗਾ ਕਿ ਜਿਹਦੇ ਅੰਦਰ ਦਇਆ ਦੀ ਭਾਵਨਾ ਨਹੀਂ ਹੈ ਨਾ, ਉਹ ਸਿਰਫ ਔਰ ਸਿਰਫ ਇਸ ਸੰਸਾਰ ਦੇ ਵਿੱਚ ਇੱਕ ਐਸ਼ ਕਰਨ ਵਾਸਤੇ ਆਂਦਾ। ਪਰ ਇੱਥੇ ਹੁਣ ਇੱਕ ਦੂਜਾ ਫੈਕਟਰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਅਰਜੁਨ ਨੇ ਕਈ ਲੜਾਈਆਂ ਲੜੀਆਂ ਪਰ ਉਹਨੂੰ ਉੱਥੇ ਦਇਆ ਨਹੀਂ ਆਈ, ਠੀਕ ਆ। ਇੱਥੇ ਉਹਨੂੰ ਦਇਆ ਕਿਉਂ ਆ ਗਈ ਹੈ? ਕਿਉਂਕਿ ਉਹਨੇ ਜਦੋਂ ਉਹਨਾਂ ਸਾਰਿਆਂ ਨੂੰ ਦੇਖਿਆ ਤੇ ਉਹਦੇ ਅੰਦਰ ਇੱਕ ਮੇਰਾਪਨ ਆ ਗਿਆ ਕਿ ਇਹ ਮੇਰੇ ਆਪਣੇ ਆ। ਇਹੀ ਹਾਲ ਸਾਡਾ ਵਾ। ਜਦੋਂ ਕੋਈ ਸਾਨੂੰ ਕਹਿੰਦਾ ਹੈ ਕਿ ਤੁਸੀਂ ਭਗਤੀ ਕਰੋ ਜਾਂ ਇਹ ਚੀਜ਼ ਕਰੋ, ਉਸ ਵੇਲੇ ਸਾਨੂੰ ਕਈ ਏਦਾਂ ਦੇ ਕੰਮ ਯਾਦ ਆ ਜਾਂਦੇ ਨੇ ਕਿ ਪਹਿਲਾਂ ਅਸੀਂ ਇਹ ਕੰਮ ਕਰ ਲਈਏ, ਪਹਿਲਾਂ ਅਸੀਂ ਉਦਾਂ ਮਤਲਬ ਉਹ ਚੀਜ਼ ਸਾਡੇ ਵਾਸਤੇ
ਭਗਤੀ ਵਾਲਾ ਕੰਮ ਸਾਡੇ ਵਾਸਤੇ ਪਿੱਛੇ ਹਟ ਜਾਂਦਾ ਹੈ, ਤੇ ਜਿਹੜਾ ਸੰਸਾਰ ਦਾ ਕੰਮ ਹੈ ਸਾਡੇ ਵਾਸਤੇ ਅੱਗੇ ਹੋ ਜਾਂਦਾ। ਇਹ ਜਿਹੜੀ ਐਸ ਕੰਡੀਸ਼ਨ ਦੇ ਵਿੱਚ ਇਸ ਵੇਲੇ ਜਿਹੜਾ ਅਰਜੁਨ ਬੈਠਾ ਦਾ ਵਾ, ਉਹ ਭਗਵਾਨ ਦੀ ਮਰਜ਼ੀ ਦੇ ਨਾਲ ਹੀ ਹੈ। ਉਹ ਭਗਵਾਨ ਦੀ ਮਰਜ਼ੀ ਦੇ ਨਾਲ ਇਸ ਕਰਕੇ ਹੈ ਕਿਉਂਕਿ ਭਗਵਾਨ ਉਹਨੂੰ ਗਿਆਨ ਦੇਣਾ ਚਾਹੁੰਦੇ ਆ ਭਗਵਦ ਗੀਤਾ ਦਾ। ਇਹ ਅਸੀਂ ਅੱਗੇ ਜਿੱਦਾਂ ਅਸੀਂ ਅੱਗੇ ਜਾਵਾਂਗੇ ਉਦਾਂ ਸਾਨੂੰ ਪਤਾ ਲੱਗੇਗਾ, ਠੀਕ ਹੈ। ਪਰ ਇਹਦੇ ਵਿੱਚ ਮੇਨ ਕਾਰਨ ਇਹੀ ਹੈਗਾ ਵਾ ਕਿ ਅਰਜੁਨ ਇਸ ਵੇਲੇ ਪੂਰੀ ਤਰ੍ਹਾਂ ਘਬਰਾ ਗਿਆ ਦਾ ਵਾ। ਉਹ ਘਬਰਾਹਟ ਇਸੇ ਕਰਕੇ ਹੋ ਗਈ ਹੈ ਕਿਉਂਕਿ ਉਹਨੂੰ ਇਹ ਲੱਗਦਾ ਪਿਆ ਕਿ ਜੇ ਇਹਨਾਂ ਨੂੰ ਮੈਂ ਮਾਰਾਂਗਾ ਤੇ ਮੈਨੂੰ ਪਾਪ ਲੱਗੇਗਾ, ਮੈਂ ਮਤਲਬ ਘਰ ਦੇ ਵਿੱਚ ਸਾਰੇ ਦੇ ਸਾਰੇ ਘਰ ਸਾਰਾ ਬਰਬਾਦ ਕਈ ਘਰ ਬਰਬਾਦ ਹੋ ਜਾਣਗੇ। ਪਰ ਉਹ ਇੱਥੇ ਕੀ ਹੈ ਕਿ ਇੱਥੇ ਉਹ ਇਹ ਚੀਜ਼ ਭੁੱਲ ਗਿਆ ਵਾ ਕਿ ਉਹ ਇੱਥੇ ਕਰਨ ਕੀ ਆਇਆ, ਇਹਨਾਂ ਨੂੰ ਮਾਰਨ ਕਿਉਂ ਆਇਆ। ਉਹ ਇੱਥੇ ਲੜਨ ਕਿਹਦੇ ਵਾਸਤੇ ਆਇਆ? ਧਰਮ ਵਾਸਤੇ ਤੇ ਅਧਰਮ ਵਾਸਤੇ। ਜਿੱਦਾਂ ਹੁਣ ਕੌਰਵਾਂ ਨੇ ਪਾਂਡਵਾਂ ਨਾਲ ਕਿੰਨਾ ਮਾੜਾ ਕੰਮ ਕੀਤਾ ਤੇ ਦ੍ਰੋਪਦੀ ਦੇ ਨਾਲ ਕਿੰਨਾ ਕੁਛ ਹੋਇਆ, ਪਾਂਡਵਾਂ ਦੇ ਨਾਲ ਕਿੰਨਾ ਕੁਛ ਹੋਇਆ, ਭੀਮ ਦੇ ਨਾਲ ਵੀ ਜਦੋਂ ਭੀਮ ਛੋਟਾ ਸੀਗਾ ਉਹਨੂੰ ਨਦੀ ਦੇ ਵਿੱਚ ਸੁੱਟ ਦਿੱਤਾ ਤੇ ਇਹਨਾਂ ਨੇ ਲਾਖ ਦਾ ਘਰ ਬਣਾ ਕੇ ਲਾਖ ਦੇ ਘਰ ਦੇ ਵਿੱਚ ਉਹਨਾਂ ਨੂੰ ਬਿਠਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ। ਇੰਨਾ ਕੁਛ ਹੋ ਗਿਆ। ਫਿਰ ਇੰਨਾ ਕੁਛ ਹੋਣ ਦੇ ਬਾਵਜੂਦ ਅਰਜੁਨ ਇਹਨਾਂ ਨੂੰ ਆਪਣਾ ਸਮਝਦਾ ਪਿਆ। ਇਹੀ ਹਾਲ ਕਿਸੇ ਵੇਲੇ ਸਾਡਾ ਹੁੰਦਾ। ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ, ਸਾਨੂੰ ਲੱਗਦਾ ਹੈ ਕਿ ਇਹ ਮੇਰਾ ਆਪਣਾ ਹੈ, ਇਹ ਮੇਰਾ ਆਪਣਾ ਹੈ, ਇਹ ਮੇਰਾ ਆਪਣਾ ਹੈ। ਅਸੀਂ ਉਹਨਾਂ ਆਪਣਿਆਂ ਦੇ ਵਿੱਚ ਹੀ ਚਿਪਕੇ ਰਹਿੰਦੇ ਹਾਂ। ਜਿੱਦਾਂ ਇੱਕ ਐਗਜ਼ਾਮਪਲ ਹੁੰਦੀ ਹੈ ਕਿ ਇੱਕ ਛਿਪਕਲੀ ਹੈ ਸਾਡੇ, ਅਸੀਂ ਦੇਖਦੇ ਹਾਂ ਕਿ ਛੱਤ ਦੇ ਉੱਤੇ ਇੱਕ ਛਿਪਕਲੀ, ਪਹਿਲਾਂ ਤੇ ਜੇ ਕਿਸੇ ਨੇ ਦੇਖਿਆ ਹੋਵੇ ਕਿ ਪਹਿਲਾਂ ਬਾਲਿਆਂ ਵਾਲੀਆਂ ਛੱਤਾਂ ਹੁੰਦੀਆਂ ਸੀ, ਹਨਾ। ਉਹ ਬਾਲਿਆਂ ਤੇ ਛਿਪਕਲੀਆਂ ਏਦਾਂ ਹੁੰਦੀਆਂ ਸੀ ਤੇ ਛਿਪਕਲੀਆਂ ਉਲਟੀਆਂ ਲਟਕੀਆਂ ਹੁੰਦੀਆਂ ਸੀ, ਠੀਕ ਹੈ, ਬਾਲਿਆਂ ਦੇ ਨਾਲ ਚਿਪਕੀਆਂ ਹੁੰਦੀਆਂ ਸੀ। ਤੇ ਉਹ ਛਿਪਕਲੀ ਕੀ ਸੋਚਦੀ ਪਈ ਹੈ ਕਿ ਮੈਂ ਬਾਲਾ ਫੜ ਕੇ ਰੱਖਿਆ ਦਾ। ਉਹੀ ਹਾਲ ਸਾਡਾ ਵਾ। ਅਸੀਂ ਸੋਚਦੇ ਪਏ ਹਾਂ ਕਿ ਇਹ ਸਾਰੇ ਰਿਸ਼ਤੇਦਾਰ ਮਤਲਬ ਜੇ ਮੈਂ ਹੈਗਾ ਵਾਂ ਤੇ ਰਿਸ਼ਤੇਦਾਰ ਹੈਗੇ ਨੇ, ਜੇ ਮੈਂ ਨਹੀਂ ਹੋਵਾਂਗਾ ਤੇ ਇਹਨਾਂ ਦਾ ਕੀ ਹੋਏਗਾ। ਇਹੀ ਇਸ ਵੇਲੇ ਹਾਲ ਅਰਜੁਨ ਦਾ ਹੋਇਆ ਦਾ। ਅਰਜੁਨ ਇਹ ਸੋਚਦਾ ਪਿਆ ਵਾ ਕਿ ਮੈਂ ਇਹਨਾਂ ਨਾਲ ਲੜਨ ਵਾਸਤੇ ਆਇਆ, ਇਹ ਤੇ ਮੇਰੇ ਮਾਮੇ ਨੇ, ਮੇਰੇ ਬੱਚੇ ਨੇ, ਮੇਰੇ ਪੋਤੇ ਪੋਤਰੀਆਂ ਨੇ, ਤੇ ਇਹ ਮੇਰੇ ਦਾਦੇ ਨੇ, ਇਹ ਮੇਰੇ ਪਿਓ ਦੇ ਬਰਾਬਰ ਨੇ। ਤੇ ਇਹ ਅਗਰ ਮੈਂ ਇਹਨਾਂ ਨੂੰ ਮਾਰ ਦਿਆਂਗਾ ਤੇ ਇਹਨਾਂ ਦੇ ਟੱਬਰਾਂ ਦਾ ਕੀ ਹੋਏਗਾ ਮੁੜ ਕੇ, ਫਿਰ ਮੇਰਾ ਕੀ ਹੋਏਗਾ, ਮੈਂ ਕਿੱਧਰ ਰਵਾਂਗਾ। ਇਹੀ ਹਾਲ ਸਾਡਾ ਹੁੰਦਾ। ਅਸੀਂ ਜਦੋਂ ਰੱਬ ਦਾ ਨਾਂ ਲੈਣਾ ਹੁੰਦਾ ਜਾਂ ਜਦੋਂ ਕੁਛ ਹੁੰਦਾ, ਉਸ ਵੇਲੇ ਅਸੀਂ ਸੋਚਦੇ ਹਾਂ ਕਿ ਯਾਰ ਜੇ ਮੈਨੂੰ ਕੁਛ ਹੋ ਗਿਆ ਤੇ ਮੇਰੇ ਟੱਬਰ ਦਾ ਕੀ ਹੋਏਗਾ ਤੇ ਕੀ ਨਹੀਂ ਹੋਏਗਾ। ਸਾਨੂੰ ਇੱਥੇ ਭਗਵਾਨ ਕ੍ਰਿਸ਼ਨ ਅਰਜੁਨ ਨੂੰ ਇਸੇ ਕਰਕੇ ਇੱਥੇ ਲਿਆ ਕੇ ਖੜਾ ਕੀਤਾ ਵਾ ਕਿ ਅਰਜੁਨ ਚੰਗੀ ਤਰ੍ਹਾਂ ਸੋਚ ਲਵੇ ਕਿ ਇਹ ਸੰਸਾਰ ਵਿੱਚ ਚੱਲਦਾ ਕੀ ਪਿਆ। ਇੱਥੇ ਅਰਜੁਨ ਨਹੀਂ ਖੜਾ, ਇੱਥੇ ਅਸੀਂ ਸਾਰੇ ਜਣੇ ਅਸੀਂ ਖੜੇ ਹੁੰਦੇ ਹਾਂ। ਇਹ ਭਗਵਾਨ ਨੇ ਸਾਨੂੰ ਇੱਥੇ ਖੜੇ ਕੀਤਾ ਵਾ, ਸਾਨੂੰ ਦਿਖਾਉਣ ਵਾਸਤੇ ਕਿ ਇੱਥੇ ਕਿ ਤੁਸੀਂ ਇੱਕ ਦਿਨ ਤੁਸੀਂ ਵੀ ਇਸ ਜਗ੍ਹਾ ਦੇ ਉੱਤੇ ਖੜੇ ਹੋਣਾ ਆ ਕੇ। ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਇਹ ਦਿਨ ਆਉਣਾ ਹੈ ਜਦੋਂ ਉਹਨੇ ਆਪਣੇ ਘਰਦਿਆਂ ਦੇ ਅੱਗੇ ਆ ਕੇ ਖੜੇ ਹੋਣਾ ਵਾ ਤੇ ਉਹਨੂੰ ਸੱਚ ਤੇ ਝੂਠ ਦੇ ਨਾਲ ਕਈ ਚੀਜ਼ਾਂ ਦੇ ਨਾਲ ਉਹਨੂੰ ਮਤਲਬ ਦੱਸਣਾ ਪੈਣਾ ਹੈ ਕਿ ਇਹ ਰੱਬ ਦਾ ਕੰਮ ਸਹੀ ਹੈ ਤੇ ਜੋ ਤੁਸੀਂ ਕਰਦੇ ਪਏ ਹੋ ਇਹ ਗਲਤ ਹੈ। ਇਹੀ ਭਗਵਾਨ ਕ੍ਰਿਸ਼ਨ ਅਰਜੁਨ ਦੇ ਕੋਲੋਂ ਕਰਵਾਉਣਾ ਚਾਹੁੰਦੇ ਸੀਗੇ। ਅਰਜੁਨ ਦੇ ਕੋਲੋਂ ਸਾਰੇ ਜਿੰਨੇ ਵੀ ਪਾਪੀ ਸੀਗੇ ਉਹਨਾਂ ਨੂੰ ਮਰਵਾਉਣਾ ਚਾਹੁੰਦੇ ਸੀ। ਤੇ ਇਸ ਕਰਕੇ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਕੁਰੂਕਸ਼ੇਤਰ ਦੇ ਮੈਦਾਨ ਦੇ ਵਿਚਕਾਰ ਇਸ ਕਰਕੇ ਲਿਆਂਦਾ ਵਾ ਕਿ ਅਰਜੁਨ ਚੰਗੀ ਤਰ੍ਹਾਂ ਦੇਖ ਲਵੇ ਤਾਂ ਕਿ ਜਿਹੜਾ ਇਹਦੇ ਅੰਦਰ ਜਿਹੜਾ ਮੋਹ ਹੈ, ਜਿਹੜਾ ਡਰ ਹੈ, ਜਿਹੜਾ ਸ਼ੋਕ ਹੈ, ਜਿਹੜੀ ਦਇਆ ਇਹਦੇ ਅੰਦਰ ਆ ਗਈ ਹੈ ਉਹ ਖਤਮ ਹੋ ਜਾਵੇ। ਕਿ ਇਹ ਨਾ ਹੋਵੇ ਕਿ ਕੱਲ ਨੂੰ ਯੁੱਧ ਸ਼ੁਰੂ ਹੋ ਜਾਵੇ ਤੇ ਮੁੜ ਕੇ ਬਾਅਦ ਵਿੱਚ ਜਿਹਨੂੰ ਜਦੋਂ ਮਾਰਨ ਲੱਗੇ ਤੇ ਫਿਰ ਇਹ ਕਹਿ ਦੇਵੇ ਕਿ ਨਹੀਂ ਇਹ ਤੇ ਮੇਰਾ ਇਹ ਹੈ। ਲੜਦੇ ਤੁਸੀਂ ਸੋਚ ਲਓ ਕਿ ਕੋਈ ਬਾਰਡਰ ਦੇ ਉੱਤੇ ਲੜਾਈ ਲੜ ਗਈ ਹੈ ਇੰਡੀਆ ਪਾਕਿਸਤਾਨ ਦੀ, ਠੀਕ ਹੈ, ਤੇ ਉੱਥੇ ਕੀ ਹੈ ਕਿ ਦੋ ਦੋਸਤ ਆ ਤੇ ਉਹ ਪਹਿਲਾਂ ਕਿਤੇ ਇਕੱਠੇ ਰਹਿੰਦੇ ਹੋਣਗੇ। ਜਦੋਂ ਇੰਡੀਆ ਪਾਕਿਸਤਾਨ ਨਹੀਂ ਅਲੱਗ ਹੋਇਆ ਹੋਣਾ ਉਦੋਂ ਪਹਿਲਾਂ ਛੋਟੇ ਹੁੰਦੇ ਇਕੱਠੇ ਰਹਿੰਦੇ ਹੋਣੇ ਆ। ਤੇ ਜਿਹੜੇ ਦੋਨੇ ਦੋਸਤ ਹੋਣਗੇ, ਦੋਨੇ ਦੋਸਤ ਆਰਮੀ ਵਿੱਚ ਚਲ ਗਏ ਹੋਣੇ ਆ ਤੇ ਉੱਥੇ ਇੰਡੀਆ ਪਾਕਿਸਤਾਨ ਦੀ ਲੜਾਈ ਲੜ ਗਈ। ਤੇ ਜਦੋਂ ਲੜਾਈ ਲੱਗੀ ਹੈ ਤੇ ਇੱਕ ਦੋਸਤ ਇੰਡੀਆ ਵੱਲੋਂ ਲੜਦਾ ਪਿਆ ਤੇ ਦੂਜਾ ਦੋਸਤ ਪਾਕਿਸਤਾਨ ਵੱਲੋਂ ਲੜਦਾ ਪਿਆ ਤੇ ਦੋਵੇਂ ਦੋਸਤ ਇੱਕ ਦੂਜੇ ਦੇ ਸਾਹਮਣੇ ਆ ਗਏ ਨੇ, ਠੀਕ ਹੈ। ਤੇ ਹੁਣ ਉੱਥੇ ਕੀ ਹੈ ਕਿ ਹੁਣ ਉੱਥੇ ਇੱਕ ਜਣਾ ਇਹ ਸੋਚੇਗਾ, ਇਹ ਥੋੜਾ ਨਾ ਸੋਚੇਗਾ ਕਿ ਯਾਰ ਇਹ ਤੇ ਮੇਰਾ ਦੋਸਤ ਆ। ਇੱਥੇ ਕੀ ਹੈਗਾ ਕਿ ਇੱਥੇ ਸਹੀ ਤੇ ਗਲਤ ਦੀ ਲੜਾਈ ਹੁੰਦੀ ਪਈ ਹੈ। ਇਸ ਕਰਕੇ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ
ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨੂੰ ਉੱਥੇ ਲਿਆ ਕੇ ਖੜਾ ਕਰ ਦਿੱਤਾ ਕਿ ਤੂੰ ਦੇਖ ਲੈ ਕਿ ਤੂੰ ਕਿਹਦੇ ਨਾਲ ਲੜਨਾ ਮੈਂ, ਕਿ ਤੂੰ ਕਿਹਦੇ ਨਾਲ ਤੂੰ ਲੜਨ ਵਾਸਤੇ ਆਇਆ ਮੈਂ, ਤੇ ਤੈਨੂੰ ਕਰਨਾ ਕੀ ਹੈ, ਤੇ ਤੂੰ ਕਿਹਨੂੰ ਮਾਰਨਾ ਮੈਂ। ਇਹੀ ਚੀਜ਼ ਭਗਵਾਨ ਸਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿੰਨੇ ਵੀ ਸਗੇ ਸੰਬੰਧੀ ਤੁਹਾਡੇ ਹੈਗੇ ਨੇ, ਇਹਨਾਂ ਨੂੰ ਤੁਸੀਂ ਇੱਕ ਦਿਨ ਛੱਡ ਕੇ ਜਾਣਾ ਆ। ਅੱਜ ਨਹੀਂ ਤੇ ਕੱਲ ਟਾਈਮ ਜਿਹੜਾ ਸਮੇਂ ਦਾ ਪਹੀਆ ਵਾ ਨਾ, ਇਹ ਹੌਲੀ ਟਿਕ ਟਿਕ ਕਰਦਾ ਘੁੰਮੀ ਜਾਂਦਾ। ਇਹਨੇ ਇੱਕ ਦਿਨ ਸਾਰਿਆਂ ਨੂੰ ਛੁਡਵਾ ਦੇਣਾ, ਅੱਜ ਨਹੀਂ ਤੇ ਕੱਲ। ਠੀਕ ਆ, ਇਸ ਕਰਕੇ ਜਦੋਂ ਟਾਈਮ ਬੀਤਣਾ ਵਾ, ਇਹ ਸਾਨੂੰ ਬਾਅਦ ਵਿੱਚੋਂ ਪਤਾ ਲੱਗੇ ਕਿ ਅਸੀਂ ਇੱਥੇ ਕਰਨ ਕੀ ਆਏ ਆ, ਸਾਨੂੰ ਅੱਜ ਹੀ ਸਿੱਖ ਲੈਣਾ ਚਾਹੀਦਾ ਇਸ ਦਇਆ ਨੂੰ, ਇਸ ਡਰ ਨੂੰ, ਇਸ ਮੇਰੇਪਨ ਨੂੰ, ਕਿ ਇਹ ਮੇਰੇ ਆਪਣੇ ਨੇ, ਇਹਨਾਂ ਨੂੰ ਛੱਡ ਕੇ ਜਿਹੜਾ ਸਾਡਾ ਜ਼ਿੰਦਗੀ ਦਾ ਮੇਨ ਕੰਮ ਹੈ ਨਾ, ਜਿਹੜਾ ਮੇਨ ਕੰਮ ਹੈ, ਉਹ ਅਸੀਂ ਅੱਗੇ ਪੜਾਂਗੇ। ਸਾਨੂੰ ਜੋ ਜਿੱਦਾਂ ਭਗਵਾਨ ਨੇ ਭਗਵਦ ਗੀਤਾ ਬੋਲੀ ਹੈ, ਉਹਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਭਗਵਾਨ ਕਹਿਣਾ ਕੀ ਚਾਹੁੰਦੇ ਅਰਜੁਨ ਨੂੰ। ਭਗਵਾਨ ਅਰਜੁਨ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਡਾ ਇੱਥੇ ਮੇਨ ਕੰਮ ਹੈ ਭਗਤੀ ਕਰਨ ਦਾ। ਅਸੀਂ ਇੱਥੇ ਭਗਤੀ ਕਰਨ ਵਾਸਤੇ ਆਏ ਆ, ਥੋੜੀ ਦੇਰ ਵਾਸਤੇ ਆਏ ਆ। ਠੀਕ ਹੈ, ਜਿੱਦਾਂ ਇੱਕ ਕੀੜੀ ਲੈ ਲਓ, ਸਾਡੀ ਜ਼ਿੰਦਗੀ 50 60 70 100 ਸਾਲ ਤੱਕ ਹੋ ਸਕਦੀ ਹੈ। ਕੀੜੀ ਦੀ ਜ਼ਿੰਦਗੀ ਕਿੰਨੀ ਕੁ ਹੋਣੀ ਹੈ? ਕੀੜੀ ਦੀ ਜ਼ਿੰਦਗੀ ਹੋਣੀ ਹੈ ਦਿਨ ਦੇ ਤੇ 7 ਦਿਨ ਜਾਂ 5 ਦਿਨ ਜਾਂ 2 ਦਿਨ ਜਾਂ 24 ਘੰਟੇ। ਠੀਕ ਹੈ, ਪਰ ਉਹ ਕੀ ਕਰਦੀ ਪਈ ਆ? ਉਹ ਕੀ ਕਰਦੀ ਪਈ ਆ? ਉਹ ਦਾਣਾ, ਇੱਕ ਚੌਲ ਦਾ ਦਾਣਾ ਜਾਂ ਇੱਕ ਕਣਕ ਦਾ ਦਾਣਾ ਲੈ ਕੇ ਜਾਂਦੀ ਹੈ, ਅੰਦਰ ਰੱਖ ਜਾਂਦੀ ਹੈ। ਠੀਕ ਹੈ, ਦਾਣੇ ਇਕੱਠੇ ਕਰਦੀ ਪਈ ਆਪਣੇ ਟੱਬਰ ਵਾਸਤੇ। ਉਹੀ ਕੰਮ ਅਸੀਂ ਕਰਦੇ ਪਏ ਹਾਂ। ਅਸੀਂ ਵੀ ਆਪਣੇ ਟੱਬਰ ਵਾਸਤੇ ਦਾਣੇ ਇਕੱਠੇ ਕਰਦੇ ਪਏ ਆ। ਇੱਕ ਦਿਨ ਸਾਡੇ ਜਿੱਦਾਂ ਕੀੜੀ ਦੇ 24 ਘੰਟੇ ਮੁੱਕ ਗਏ, ਉਦਾਂ ਸਾਡੇ ਵੀ ਇੱਕ ਦਿਨ 24 ਘੰਟੇ ਮੁੱਕ ਜਾਣੇ ਆ। ਪਰ ਸਾਨੂੰ ਇਹ ਨਹੀਂ, ਪਰ ਸਾਡੇ ਵਿੱਚ ਤੇ ਕੀੜੀ ਵਿੱਚ ਫਰਕ ਕੀ ਆ? ਸਾਡੇ ਵਿੱਚ ਤੇ ਕੀੜੀ ਵਿੱਚ ਫਰਕ ਇਹੀ ਹੈਗਾ ਕਿ ਕੀੜੀ ਨੂੰ ਨਹੀਂ ਪਤਾ ਕਿ ਉਹ ਕੀ ਕਰਨ ਆਈ ਹੈ, ਪਰ ਸਾਨੂੰ ਪਤਾ ਵਾ ਕਿ ਅਸੀਂ ਇੱਥੇ ਕੀ ਕਰਨ ਆਏ। ਸਾਨੂੰ ਕਿਉਂ ਪਤਾ ਵਾ ਕਿ ਅਸੀਂ ਇੱਥੇ ਕੀ ਕਰਨ ਆਏ? ਕਿਉਂਕਿ ਸਾਨੂੰ ਰੱਬ ਨੇ, ਸਾਨੂੰ ਭਗਵਾਨ ਕ੍ਰਿਸ਼ਨ ਨੇ ਇਹ ਅਕਲ ਦਿੱਤੀ ਹੈ, ਇਹ ਜਾਣਨ ਦੀ। ਕਿੱਥੋਂ ਜਾਣਨਾ ਹੈ ਅਸੀਂ? ਇਹ ਭਗਵਦ ਗੀਤਾ, ਭਾਗਵਤਮ ਨਾਮ ਦੇ ਗ੍ਰੰਥ ਹੈਗੇ ਨੇ, ਇਹਨਾਂ ਨੂੰ ਪੜਾਂਗੇ। ਜਿਹੜੇ ਭਗਤੀ ਕਰਦੇ ਪਏ ਨੇ ਉਹਨਾਂ ਦੇ ਨਾਲ ਜੁੜਾਂਗੇ, ਉਹਨਾਂ ਤੋਂ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਇਹ ਜਿਹੜਾ ਅਸੀਂ ਸੁਣਦੇ ਆ ਕਿ ਜਿਹੜਾ ਇਹ ਚੋਲਾ ਸਾਨੂੰ ਮਿਲਿਆ ਵਾ, ਜਿਹੜੀ ਸਾਨੂੰ ਜੂਨ ਮਿਲੀ ਹੈ, ਇਹ ਜੂਨ ਮੁੜ ਕੇ ਨਹੀਂ ਮਿਲਣੀ, ਇਹਨੂੰ ਵਰਤ ਲਓ ਜਿੰਨਾ ਵਰਤ ਸਕਦੇ ਆ। ਇਹ ਕਿਉਂ ਕਹਿੰਦੇ ਨੇ ਬਾਰ-ਬਾਰ? ਉਹ ਇਸੇ ਕਰਕੇ ਕਹਿੰਦੇ ਨੇ ਕਿ ਜਿਹੜੀ ਇਹ ਸਾਨੂੰ ਜੂਨ ਮਿਲੀ ਹੈ, ਜਿਹੜਾ ਸਾਨੂੰ ਇਹ ਚੋਲਾ ਮਿਲਿਆ ਵਾ, ਇਹਦੇ ਵਿੱਚ ਅਸੀਂ ਜਿਹੜਾ ਸਾਡਾ ਮੇਨ ਕੰਮ ਹੈ ਉਹ ਕਰਨ ਵਾਲਾ, ਉਹ ਹੈਗਾ ਵਾ ਭਗਤੀ। ਅਸੀਂ ਦੇਖੀਏ ਕਿ ਅਸੀਂ ਹੈ ਕੌਣ ਆ। ਅੱਗੇ ਸਾਨੂੰ ਪਤਾ ਲੱਗੇਗਾ ਕਿ ਭਗਵਾਨ ਅਰਜੁਨ ਨੂੰ ਕਹਿਣਗੇ ਕਿ ਇਹ ਤੂੰ ਜਿਨ੍ਹਾਂ ਨੂੰ ਦੇਖਣ ਡਿਆ ਤੇ ਸਾਰੇ ਇਹ ਤੇ ਮਰੇ ਪਏ ਨੇ ਪਹਿਲਾਂ ਹੀ, ਇਹਦੇ ਸਰੀਰ ਨੇ। ਅਸੀਂ ਦੇਖਦੇ ਹਾਂ ਇੱਕ ਦੂਜੇ ਨੂੰ, ਅਸੀਂ ਪਹਿਲਾਂ ਛੋਟੇ ਹੁੰਦੇ ਆ, ਫਿਰ ਵੱਡੇ ਹੁੰਦੇ ਆ, ਫਿਰ ਵੱਡੇ ਹੁੰਦੇ ਆ, ਸਰੀਰ ਤੇ ਅਸੀਂ ਬਦਲੀ ਜਾਂਦੇ ਪਏ ਆ। ਇੱਕ ਚੀਜ਼ ਜਿਹੜੀ ਨਹੀਂ ਬਦਲਦੀ, ਉਹ ਆਤਮਾ ਵਾਸਤੇ ਅਸੀਂ ਕੁਝ ਕਰਦੇ ਹੀ ਨਹੀਂ ਪਏ। ਸਾਰਾ ਦਿਨ ਸਵੇਰੇ ਉੱਠਦੇ ਆ, ਰੋਟੀ ਪਾਣੀ ਖਾਂਦੇ ਆ, ਕੰਮਾਂ ਕਾਰਾਂ ਤੇ ਜਾਂਦੇ ਆ ਕੇ ਫਿਰ ਸੋ ਜਾਂਦੇ ਆ। ਆਤਮਾ ਵਾਸਤੇ ਕੀ ਕਰਨਾ ਹੈ? ਇਹ ਜਿਹੜੇ ਗ੍ਰੰਥ ਨੇ, ਇਹ ਆਤਮਾ ਨੂੰ ਬਚਾਉਣ ਵਾਸਤੇ ਨੇ। ਇਸ ਕਰਕੇ ਸਾਡਾ ਜਿਹੜਾ ਮੇਨ ਕੰਮ ਆ ਉਹ ਹੈਗਾ ਆਤਮਾ ਨੂੰ ਬਚਾਉਣ ਦਾ। ਇਹੀ ਚੀਜ਼ ਭਗਵਾਨ ਕ੍ਰਿਸ਼ਨ ਅਰਜੁਨ ਨੂੰ ਇੱਥੇ ਕੁਰੂਕਸ਼ੇਤਰ ਦੇ ਮੈਦਾਨ ਦੇ ਵਿਚਕਾਰ ਲਿਆ ਕੇ ਖੜਾ ਕਰਨਾ, ਦੱਸਣਾ ਚਾਹੁੰਦੇ ਨੇ ਕਿ ਤੂੰ ਜਿਨ੍ਹਾਂ ਦੇ ਉੱਤੇ ਦਇਆ ਕਰਦਾ ਪਿਆ ਮੈਂ, ਉਹ ਪਹਿਲਾਂ ਹੀ ਖਤਮ ਹੋ ਗਏ ਦੇ ਨੇ। ਤੂੰ ਸਿਰਫ ਔਰ ਸਿਰਫ ਇਹਨਾਂ ਨੂੰ ਮਾਰਨਾ, ਹੋਰ ਤੂੰ ਇਹਨਾਂ ਨੂੰ ਕੁਛ ਨਹੀਂ ਕਰਨਾ ਹੈਗਾ। ਇਹਨਾਂ ਦੀ ਇਹ ਭੁੱਲੇ ਬੈਠੇ ਨੇ ਕਿ ਇਹ ਇੱਥੇ ਕੀ ਕਰਨ ਆਏ ਨੇ। ਏਦਾਂ ਹੀ ਜੇ ਅਸੀਂ ਭੁੱਲੇ ਬੈਠ ਜਾਾਂਗੇ ਤੇ ਇੱਕ ਦਿਨ ਜਿਹੜਾ ਟਾਈਮ ਦਾ ਪਹੀਆ ਵਾ, ਉਹ ਹੌਲੀ ਘੁੰਮਦਾ ਸਾਨੂੰ ਵੀ ਖਤਮ ਕਰ ਦੇਗਾ। ਸਾਨੂੰ ਵੀ ਨਹੀਂ ਯਾਦ ਰਹੇਗਾ ਕਿ ਅਸੀਂ ਇੱਥੇ ਕੀ ਕਰਨ ਆਏ ਆ ਤੇ ਕੀ ਨਹੀਂ ਕਰਨ ਆਏ ਆ। ਜਿੱਦਾਂ ਅਰਜੁਨ ਨੇ ਆਪਣੇ ਸਗੇ ਸੰਬੰਧੀਆਂ ਨੂੰ ਮਾਰਿਆ, ਓਦਾਂ ਟਾਈਮ ਦਾ ਪਹੀਆ ਸਾਨੂੰ ਵੀ ਇੱਕ ਦਿਨ ਮਾਰ ਦੇਗਾ। ਯਮਦੂਤ ਆ ਜਾਣਗੇ, ਸਾਡੇ ਅੱਗੇ ਖੜੇ ਹੋ ਜਾਣਗੇ, ਫਿਰ ਆਪਾਂ ਬੋਲ ਵੀ ਨਹੀਂ ਸਕਦੇ। ਇਸ ਕਰਕੇ ਟਾਈਮ ਰਹਿੰਦੇ ਸਾਨੂੰ ਇਸ ਟਾਈਮ ਨੂੰ, ਸਾਨੂੰ ਇਸ ਸਮੇਂ ਨੂੰ ਬਚਾਉਣਾ ਚਾਹੀਦਾ, ਤੇ ਜਿੰਨਾ ਹੋ ਸਕੇ ਸਾਨੂੰ ਰੱਬ ਦੇ ਨਾਂ ਦਾ ਕੀਰਤਨ ਕਰਨਾ ਚਾਹੀਦਾ ਹੈ, ਸਿਮਰਨ ਕਰਨਾ ਚਾਹੀਦਾ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਇਸ ਚੀਜ਼ ਨੂੰ ਇਸਤੇਮਾਲ ਕਰ ਸਕੀਏ। ਜਿਹੜੀ ਸਾਡੀ ਜ਼ਿੰਦਗੀ ਹੈ, ਅਸੀਂ ਇਹਦਾ ਜਿਹੜਾ ਚੰਗਾ ਪੱਖ ਹੈ ਉਹ ਅਸੀਂ ਲੈ ਸਕੀਏ। ਹਰੇ ਕ੍ਰਿਸ਼ਨਾ। ਸ਼੍ਰੀਲ ਪ੍ਰਭੁਪਾਦ ਕੀ ਜੈ। ਕਿਸੇ ਦਾ ਕੋਈ ਪ੍ਰਸ਼ਨ ਹੈਗਾ ਤੇ